ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਜੀ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ। ਪਰਮੇਸ਼ਰ ਨੇ ਸਾਨੂੰ ਜਿਉਂਦੇ ਰੱਖਿਆ, ਅੱਜ ਦਾ ਦਿਨ ਦਿਖਾਇਆ। ਹਾਲੇਲੂਇਆ। ਆਓ ਅਸੀਂ ਅੱਖਾਂ ਬੰਦ ਕਰਾਂਗੇ, ਪਰਮੇਸ਼ਰ ਦੀ ਆਰਾਧਨਾ ਨੂੰ ਕਰਾਂਗੇ, ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਾਂਗੇ ਕਿ ਉਸਨੇ ਸਾਨੂੰ ਪੂਰਾ ਹਫਤਾ ਸੰਭਾਲ ਕੇ ਰੱਖਿਆ। ਹਾਲੇਲੂਇਆ। ਆਓ ਇੱਕ ਅਸੀਂ ਛੋਟੀ ਜਿਹੀ ਪ੍ਰਾਰਥਨਾ ਕਰਾਂਗੇ, ਉਸ ਤੋਂ ਬਾਅਦ ਪਰਮੇਸ਼ਰ ਦੇ ਵਚਨ ਨੂੰ ਦੇਖਾਂਗੇ ਜੋ ਪਵਿੱਤਰ ਆਤਮਾ ਦੇ ਬਾਰੇ ਅਸੀਂ ਲਗਾਤਾਰ ਦੇਖਦੇ ਆ ਰਹੇ ਹਾਂ। ਕੁਝ ਗੱਲਾਂ ਨੂੰ ਹੋਰ ਦੇਖਾਂਗੇ। ਹਾਲੇਲੂਇਆ। ਆਓ ਅਸੀਂ ਪ੍ਰਾਰਥਨਾ ਕਰਾਂਗੇ। ਮਹਾਨ ਜੀਵਤ ਅਨੁਗ੍ਰਹਿਕਾਰੀ ਸਰਵਵਿਆਪਕ ਸਰਵਸ਼ਕਤੀਮਾਨ ਖੁਦਾਵੰਦ ਖੁਦਾ, हे अब्राहम इसहाक ਅਤੇ ਯਾਕੂਬ ਦੇ ਪਰਮੇਸ਼ਰ, ਜੀਵਤ ਪਿਤਾ, ਅਨੁਗ੍ਰਹਿਕਾਰੀ ਸਾਮਰਥੀ ਪਿਤਾ ਪਰਮੇਸ਼ਰ, ਤੇਰਾ ਧੰਨਵਾਦ ਕਰਦੇ ਹਾਂ ਅੱਜ ਦੇ ਸੁੰਦਰ ਸਮੇਂ ਦੇ ਲਈ ਪਿਤਾ ਪਰਮੇਸ਼ਰ। ਸਾਡੇ ਸਾਹਾਂ ਨੂੰ ਚੱਲਦੇ ਰੱਖਿਆ ਮੇਰੇ ਪਿਤਾ ਪਰਮੇਸ਼ਰ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਵਿੱਤਰ ਆਤਮਾ ਜੀ। ਤੁਹਾਡਾ ਵੈਲਕਮ ਕਰਦੇ ਹਾਂ, ਤੁਹਾਡਾ ਸਵਾਗਤ ਕਰਦੇ ਹਾਂ ਪਿਤਾ ਪਰਮੇਸ਼ਰ ਸਾਡੇ ਜੀਵਨਾਂ ਦੇ ਵਿੱਚ। ਅਸੀਂ ਆਪਣੇ ਜੀਵਨਾਂ ਦੇ ਵਿੱਚ ਪਿਤਾ ਪਰਮੇਸ਼ਰ ਤੁਹਾਡਾ ਸਵਾਗਤ ਕਰਦੇ ਹਾਂ ਪਿਤਾ ਪਰਮੇਸ਼ਰ। ਇਸ ਸੰਸਾਰ ਦੇ ਵਿੱਚੋਂ ਤੁਸੀਂ ਸਾਨੂੰ ਚੁਣਿਆ। ਅਸੀਂ ਇਸ ਯੋਗ ਨਹੀਂ ਸੀ, ਅਸੀਂ ਇਸ ਲਾਇਕ ਨਹੀਂ ਸੀ ਪਿਤਾ ਪਰਮੇਸ਼ਰ, ਪਰ ਪਿਤਾ ਤੂੰ ਆਪਣੇ ਆਪ ਨੂੰ ਸਾਡੇ ਉੱਤੇ ਪ੍ਰਗਟ ਕੀਤਾ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ। ਪਵਿੱਤਰ ਆਤਮਾ ਜੀ, ਜਿੰਨੇ ਵੀ ਖੁਦਾਵੰਦ ਖੁਦਾ ਸੁਣਨ ਵਾਲੇ ਪਿਤਾ ਪਰਮੇਸ਼ਰ ਤੇਰੇ ਧੀਆਂ ਤੇ ਪੁੱਤਰ, ਉਹ ਸਭ ਆਸ਼ੀਸ਼ਿਤ ਹੋਣ, ਉਹ ਸਭ ਫਲਵੰਤ ਹੋਣ ਪਿਤਾ ਪਰਮੇਸ਼ਰ। ਤੇਰਾ ਆਤਮਾ ਇਹਨਾਂ ਦੇ ਉੱਤੇ ਜੁਮਸ ਕਰੇ, ਕਾਰਿਆ ਕਰੇ ਮੇਰੇ ਪਿਤਾ ਪਰਮੇਸ਼ਰ। ਇਹਨਾਂ ਦੀ ਜ਼ਿੰਦਗੀਆਂ ਪਿਤਾ ਪਰਮੇਸ਼ਰ ਸੇਮ ਨਾ ਰਹਿਣ, ਬਲਕਿ ਪਿਤਾ ਪਰਮੇਸ਼ਰ ਦੀ ਨਵੀਂ ਸ੍ਰਿਸ਼ਟੀ ਹੋ ਜਾਏ ਮੇਰੀ ਪਿਤਾ ਪਰਮੇਸ਼ਰ, ਨਵੀਂ ਜ਼ਿੰਦਗੀ ਬਣ ਜਾਏ ਮੇਰੀ ਪਿਤਾ ਪਰਮੇਸ਼ਰ। ਤੁਹਾਡਾ ਧੰਨਵਾਦ ਕਰਦੇ ਹਾਂ ਪਿਆਰੇ ਪਿਤਾ ਪਰਮੇਸ਼ਰ। ਉਹ ਖੁਦਾਵੰਦ ਖੁਦਾ ਤੂੰ ਆਪਣੀ ਕਲੀਸਿਆ ਨੂੰ ਪ੍ਰਭੂ ਯਿਸੂ ਲੈਣ ਆ ਰਿਹਾ, ਤੂੰ ਆਪਣੀ ਦੁਲਹਨ ਨੂੰ ਲੈਣ ਆ ਰਿਹਾ ਮੇਰੇ ਮਹਾਨ ਪਿਤਾ ਪਰਮੇਸ਼ਰ। ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਖੁਦਾਵੰਦ ਖੁਦਾ। ਤੂੰ ਸਾਨੂੰ ਪਿਤਾ ਪਰਮੇਸ਼ਰ ਬੁੱਧੀ ਤੇ ਗਿਆਨ ਪਿਤਾ ਪਰਮੇਸ਼ਰ ਸਮਝ ਦੇਣਾ। ਤੂੰ ਸਾਨੂੰ ਆਪਣੇ ਪਿਤਾ ਪਰਮੇਸ਼ਰ ਫਤਿਹਮੰਦ ਸੱਜੇ ਹੱਥ ਨਾਲ ਸੰਭਾਲਣਾ ਹੈ ਪਿਤਾ ਪਰਮੇਸ਼ਰ। ਪੂਰੇ ਪਿਛਲੇ ਸਮੇਂ ਦੇ ਵਿੱਚ ਤੂੰ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪਿਤਾ ਪਰਮੇਸ਼ਰ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਜੋ ਵੀ ਅੱਜ ਤੁਹਾਡੇ ਵਚਨ ਦੇ ਵਿੱਚੋਂ ਅਸੀਂ ਹੋਰ ਦੇਖਣ ਜਾ ਰਹੇ ਹਾਂ ਖੁਦਾਵੰਦ ਖੁਦਾ, ਉਹਨਾਂ ਪਿਤਾ ਪਰਮੇਸ਼ਰ ਪੁਆਇੰਟਾਂ ਨੂੰ, ਉਹਨਾਂ ਵਚਨਾਂ ਨੂੰ ਤੁਹਾਡੇ ਸਨਮੁਖ ਪਿਤਾ ਪਰਮੇਸ਼ਰ ਰੱਖ ਦਿੰਦੇ ਹਾਂ ਮੇਰੇ ਖੁਦਾਵੰਦ ਖੁਦਾ। ਇਹ ਤੁਹਾਡੇ ਵਚਨ ਹੈ, ਤੁਹਾਡੇ ਰੈਗੂਲੇਸ਼ਨ ਤੋਂ ਬਿਨਾਂ, ਤੁਹਾਡੇ ਪ੍ਰਕਾਸ਼ਨ ਤੋਂ ਬਿਨਾਂ ਨਹੀਂ ਸੀ ਸਮਝ ਸਕਦੇ। ਹਾਲੇਲੂਇਆ। ਥੈਂਕ ਯੂ ਜੀਸਸ। ਹੁਣ ਬੜਾ ਸਮਾਂ ਤੁਹਾਡੇ ਹੱਥਾਂ ਵਿੱਚ ਦਿੰਦੇ ਹਾਂ। ਇਹ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਨਾਮ 'ਚ ਮੰਗਦੇ ਹਾਂ। ਆਮੀਨ ਆਮੀਨ। ਹਾਲੇਲੂਇਆ। ਆਓ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਦੇਖਾਂਗੇ, ਜੋ ਅਸੀਂ ਲਗਾਤਾਰ ਦੇਖਦੇ ਆ ਰਹੇ ਹਾਂ ਕਿ ਪਵਿੱਤਰ ਆਤਮਾ ਇਸ ਸੰਸਾਰ ਦੇ ਵਿੱਚ ਕਿਉਂ ਆਇਆ। ਹਾਲੇਲੂਇਆ। ਜਿਸ ਤਰ੍ਹਾਂ ਅਸੀਂ ਪੁਰਾਣੇ ਨਿਯਮ ਦੇ ਵਿੱਚ ਪਹਿਲਾਂ ਵੀ ਥੋੜ੍ਹਾ ਜਿਹਾ ਦੇਖਿਆ ਸੀਗਾ, ਅੱਜ ਫਿਰ ਉਸ ਗੱਲ ਨੂੰ ਮੈਂ ਟੱਚ ਕਰਾਂਗਾ ਥੋੜ੍ਹਾ ਜਿਹਾ, ਕਿ ਪੁਰਾਣੇ ਨਿਯਮ ਦੇ ਵਿੱਚ ਕੀ ਹੁੰਦਾ ਸੀਗਾ। ਜਦੋਂ ਪਵਿੱਤਰ ਆਤਮਾ ਆਉਂਦਾ ਸੀਗਾ ਥੋੜ੍ਹੇ ਸਮੇਂ ਦੇ ਲਈ, ਤੇ ਉਹ ਆਪਣੇ ਕੰਮ ਨੂੰ ਕਰਕੇ ਚਲਾ ਜਾਂਦਾ ਸੀਗਾ। ਹਾਲੇਲੂਇਆ। ਬਾਈਬਲ ਦੇ ਵਿੱਚ ਇੱਕ ਐਗਜ਼ਾਮਪਲ ਹੈ, ਮੈਂ ਤੁਹਾਨੂੰ ਦੱਸਾਂਗਾ। ਨਿਆਂਇਆਂ ਦੀ ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ, ਉਹਦਾ 13ਵਾਂ 14ਵਾਂ 15ਵਾਂ 16ਵਾਂ ਅਧਿਆਇ ਜਦੋਂ ਅਸੀਂ ਪੜ੍ਹਦੇ ਹਾਂ, ਤਾਂ ਉੱਥੇ ਇੱਕ ਇਨਸਾਨ ਦਾ ਜ਼ਿਕਰ ਹੁੰਦਾ, ਪਰਮੇਸ਼ਰ ਦੇ ਨਜ਼ੀਰ ਦਾ ਜ਼ਿਕਰ ਹੁੰਦਾ, ਜਿਸ ਦਾ ਨਾਮ ਸੀਗਾ ਸ਼ਮਸ਼ੌਨ। ਹਾਲੇਲੂਇਆ। ਸ਼ਮਸ਼ੌਨ ਦੇ ਉੱਤੇ ਜਦੋਂ ਪਰਮੇਸ਼ਰ ਦੀ ਜਿਹੜੀ ਯੋਜਨਾ ਸੀਗੀ, ਕੀ ਸੀਗੀ, ਜਦੋਂ ਪਰਮੇਸ਼ਰ ਦੇ ਦੂਤ ਨੇ ਸ਼ਮਸ਼ੌਨ ਦੇ ਮਾਤਾ ਪਿਤਾ ਦੇ ਨਾਲ ਗੱਲਬਾਤ ਕੀਤੀ, ਤਾਂ ਕੀ ਕੀਤੀ ਕਿ ਕੀ ਕਿਹਾ, ਕਹਿੰਦਾ ਤੇਰੇ ਇੱਕ ਬਾਲਕ ਪੈਦਾ ਹੋਏਗਾ, ਉਹ ਕੀ ਕਰਾਂਗਾ, ਫਿਲਿਸਤੀਆਂ ਨੂੰ ਸਜ਼ਾ ਦੇਗਾ, ਉਹਨਾਂ ਤੋਂ ਬਦਲਾ ਲਏਗਾ। ਹਾਲੇਲੂਇਆ। ਜਦੋਂ ਸ਼ਮਸ਼ੂਨ ਵੱਡਾ ਹੋ ਗਿਆ, ਪੈਦਾ ਹੋ ਗਿਆ, ਤਾਂ ਉਹਨੇ ਕੀ ਕੀਤਾ, ਜਿਹੜੇ ਫਿਲਿਸਤੀ ਲੋਕ ਸੀਗੇ ਉਹਨਾਂ ਨੂੰ ਕੀ ਕੀਤਾ, ਉਹਨਾਂ ਨੇ ਖਤਮ ਕੀਤਾ। ਹਾਲੇਲੂਇਆ। ਉਹਨਾਂ ਨੂੰ ਮਾਰ ਦਿੱਤਾ। ਜਿਹੜੇ ਫਿਲਿਸਤੀ ਲੋਕ ਕੌਣ ਸੀਗੇ, ਉਹ ਪਰਮੇਸ਼ਰ ਦੇ ਖਿਲਾਫ ਲੋਕ ਸੀਗੇ। ਹਾਲੇਲੂਇਆ। ਅੱਜ ਜਿਹੜਾ ਸ਼ੈਤਾਨ ਵੀ ਆ, ਉਹ ਕੀ ਆ, ਪਰਮੇਸ਼ਰ ਦੇ ਖਿਲਾਫ ਹੈ, ਪਰਮੇਸ਼ਰ ਦੇ ਅੰਗੇਸਟ ਹੈ। ਹਾਲੇਲੂਇਆ। ਇੱਥੇ ਮੈਂ ਕੀ ਕਹਿਣਾ ਚਾਹੁੰਦਾ ਕਿ ਜਦੋਂ ਪਵਿੱਤਰ ਆਤਮਾ ਸ਼ਮਸ਼ੂਨ ਉੱਤੇ ਆਉਂਦਾ ਸੀਗਾ, ਜਿਹੜੇ ਫਿਲਿਸਤੀ ਲੋਕ ਸੀਗੇ ਉਹ ਮਾਰੇ ਜਾਂਦੇ ਸੀਗੇ, ਖਤਮ ਹੋ ਜਾਂਦੇ ਸੀਗੇ, ਉਹਨਾਂ ਦੀਆਂ ਪਲੈਨਿੰਗਾਂ ਖਤਮ ਹੋ ਜਾਂਦੀਆਂ ਸੀਗੀਆਂ। ਜਿੰਨੇ ਵੀ ਉਹ ਸ਼ਮਸ਼ੂਨ ਦੇ ਖਿਲਾਫ ਉਹ ਪਲੈਨਿੰਗ ਬਣਾਉਂਦੇ ਸੀਗੇ, ਉਹਨੂੰ ਰੱਸੀਆਂ ਨਾਲ ਬੰਨ੍ਹ ਦਿੰਦੇ ਸੀਗੇ ਜਾਂ ਕੁਛ ਵੀ ਕਰ ਦਿੰਦੇ ਸੀ, ਜੰਜੀਰਾਂ ਨਾਲ ਬੰਨ੍ਹ ਦਿੰਦੇ ਸੀਗੇ। ਜਦੋਂ ਪਵਿੱਤਰ ਆਤਮਾ ਆਉਂਦਾ ਸੀਗਾ, ਉਹ ਸਾਰੀਆਂ ਜੰਜੀਰਾਂ ਟੁੱਟ ਜਾਂਦੀਆਂ ਸੀਗੀਆਂ। ਹਾਲੇਲੂਇਆ। ਉਹ ਸਾਰੇ ਬੰਧਨ ਟੁੱਟ ਜਾਂਦੇ ਸੀਗੇ, ਤੇ ਸ਼ਮਸ਼ੂਨ ਉਹਨਾਂ ਨੂੰ ਖਤਮ ਕਰ ਦਿੰਦਾ ਸੀਗਾ, ਮਾਰ ਦਿੰਦਾ ਸੀਗਾ। ਹਾਲੇਲੂਇਆ। ਪਵਿੱਤਰ ਆਤਮਾ ਬੜੇ ਬਲ ਦੇ ਨਾਲ ਆਉਂਦਾ ਸੀਗਾ। ਹਾਲੇਲੂਇਆ। ਜਦੋਂ ਪਵਿੱਤਰ ਆਤਮਾ ਆਉਂਦਾ ਸੀਗਾ, ਸ਼ਮਸ਼ੂਨ ਬਲ ਦੇ ਨਾਲ, ਸ਼ਕਤੀ ਦੇ ਨਾਲ ਭਰ ਜਾਂਦਾ ਸੀਗਾ, ਤਾਂ ਕੀ ਹੁੰਦਾ ਸੀਗਾ, ਪਵਿੱਤਰ ਆਤਮਾ ਦੀ ਸਾਮਰਥ ਦੇ ਦੁਆਰਾ ਉਹ ਜਿਹੜੇ ਫਿਲਿਸਤੀ ਲੋਕ ਆ ਖਤਮ ਹੁੰਦੇ ਸੀਗੇ। ਅੱਜ ਪਵਿੱਤਰ ਆਤਮਾ ਸਾਡੀ ਜ਼ਿੰਦਗੀਆਂ ਦੇ ਵਿੱਚ ਆ ਚੁੱਕਾ ਆ। ਹਾਲੇਲੂਇਆ।
ਕੀ ਕਰੇ ਕਿ ਉਹ ਫਲਿਸਤੀ ਲੋਕਾਂ ਨੂੰ, ਉਹ ਸ਼ੈਤਾਨ ਦੇ ਸਾਰੇ ਕੰਮਾਂ ਨੂੰ, ਸ਼ੈਤਾਨ ਦੀਆਂ ਸਾਰੀਆਂ ਜੰਜੀਰਾਂ ਨੂੰ, ਕਿ ਤੁਹਾਡੇ ਦੁਆਰਾ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਉਹਨਾਂ ਜੰਜੀਰਾਂ ਨੂੰ ਤੋੜ ਦੇਵੇ। ਸ਼ਮਸ਼ੂਨ ਕੀ ਕਰਦਾ ਸੀਗਾ? ਉਹ ਜੰਜੀਰਾਂ ਨੂੰ ਆਪ ਤੋੜ ਦਿੰਦਾ ਹੁੰਦਾ ਸੀਗਾ। ਹਾਲੇਲੂਇਆ, ਇੰਨੀ ਪਾਵਰ ਆ ਜਾਂਦੀ ਸੀਗੀ ਤੁਹਾਡੇ ਅੰਦਰ। ਪਰਮੇਸ਼ਰ ਨੇ ਪਵਿੱਤਰ ਆਤਮਾ ਇਸ ਲਈ ਦਿੱਤਾ ਕਿ ਤੁਸੀਂ ਸਾਮਰਥ ਪਾਓ, ਪਾਵਰ ਪਾਓ, ਤੇ ਉਸ ਪਾਵਰ ਦੇ ਦੁਆਰਾ ਪਰਮੇਸ਼ਰ ਦੇ ਜਿਹੜੇ ਫਸੇ ਹੋਏ ਲੋਕ ਆ, ਪਰਮੇਸ਼ਰ ਦੇ ਜਿਹੜੇ ਚੁਣੇ ਹੋਏ ਲੋਕ ਆ, ਪਰਮੇਸ਼ਰ ਦੇ ਜਿਹੜੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਸਵਰਗ ਦੇ ਲਈ ਚੁਣਿਆ ਹੋਇਆ, ਜਿਨ੍ਹਾਂ ਦਾ ਨਾਮ ਜੀਵਨ ਦੀ ਪੁਸਤਕ ਵਿੱਚ ਲਿਖਿਆ ਵਾ, ਕਿ ਉਹਨਾਂ ਨੂੰ ਛੁਡਾਇਆ ਜਾਏ ਤੁਹਾਡੇ ਦੁਆਰਾ। ਹਾਲੇਲੂਇਆ। ਪਵਿੱਤਰ ਆਤਮਾ ਇਸ ਲਈ ਆਇਆ ਕਿ ਤੁਹਾਡੇ ਦੁਆਰਾ ਛੁਟਕਾਰੇ ਦਾ ਕੰਮ ਕਰ ਸਕੇ। ਪਹਿਲਾ ਪੁਆਇੰਟ। ਹਾਲੇਲੂਇਆ। ਪਵਿੱਤਰ ਆਤਮਾ ਇਸ ਲਈ ਆਇਆ ਕਿ ਤੁਹਾਡੇ ਦੁਆਰਾ ਪਰਮੇਸ਼ਰ ਆਪਣੇ ਲੋਕਾਂ ਨੂੰ ਛੁਡਾ ਸਕੇ। ਹਾਲੇਲੂਇਆ। ਸ਼ੈਤਾਨ ਦੀਆਂ ਜੁਗਤੀਆਂ ਨੂੰ ਖਤਮ ਕਰ ਸਕੇ। ਸ਼ੈਤਾਨ ਦੀਆਂ ਪਲੈਨਿੰਗਾਂ ਜਿੰਨੀਆਂ ਤੁਹਾਡੇ ਖਿਲਾਫ ਹੈ, ਜਿੰਨੇ ਤੁਹਾਡੇ ਮਸੀਹੀ ਭੈਣ ਭਰਾ ਖਿਲਾਫ ਹੈ, ਜਿੰਨੇ ਪਰਮੇਸ਼ਰ ਦੇ ਮੰਨਣ ਵਾਲਿਆਂ ਦੇ ਖਿਲਾਫ ਹੈ, ਉਹਨਾਂ ਦੀਆਂ ਜੁਗਤੀਆਂ ਨੂੰ ਕੀ ਕਰ ਸਕੇ? ਖਤਮ ਕਰ ਸਕੇ। ਜਿਸ ਤਰ੍ਹਾਂ ਸ਼ਮਸ਼ੌਨ ਨੇ ਕੀਤਾ। ਅੱਜ ਪਰਮੇਸ਼ਰ ਨੇ ਉਹੀ ਆਤਮਾ ਥੋੜੇ ਸਮੇਂ ਦੇ ਲਈ ਨਹੀਂ, ਸਦਾ ਲਈ। ਸ਼ਮਸ਼ੂਨ ਤੇ ਥੋੜੇ ਸਮੇਂ ਲਈ ਆਉਂਦਾ ਸੀਗਾ। ਹਾਲੇਲੂਇਆ। ਜਦੋਂ ਆਉਂਦਾ ਸੀਗਾ ਬਲ ਆ ਜਾਂਦਾ ਸੀਗਾ, ਜਦੋਂ ਚਲਾ ਜਾਂਦਾ ਸੀਗਾ ਬਲ ਚਲਾ ਜਾਂਦਾ। ਬਲਕਿ ਹੁਣ ਨਵੇਂ ਨਿਯਮ ਦੇ ਵਿੱਚ ਸਦਾ ਦੇ ਲਈ ਪਰਮੇਸ਼ਰ ਨੇ ਆਪਣਾ ਆਤਮਾ ਉਡੇਲ ਦਿੱਤਾ ਕਿ ਤੁਸੀਂ ਹਰ ਟਾਈਮ ਸ਼ੈਤਾਨ ਦੇ ਕੰਮਾਂ ਨੂੰ ਕੀ ਕਰ ਸਕੋ? ਖਤਮ ਕਰ ਸਕੋ। ਹਾਲੇਲੂਇਆ। ਪਰਮੇਸ਼ਰ ਇਹੀ ਚਾਹੁੰਦਾ ਹੈ ਕਿ ਜਿਹੜੇ ਸ਼ੈਤਾਨ ਦੇ ਕੰਮ ਹੈ ਨਾਸ਼ ਹੋਣ। ਜਦੋਂ ਵੀ ਬਾਈਬਲ ਦੇ ਵਿੱਚ ਸ਼ਮਸ਼ੌਨ ਦੇ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ, ਇਹਨਾਂ ਅਧਿਆਇਆਂ ਦੇ ਵਿੱਚ 4-5 ਅਧਿਆਇਆਂ ਦੇ ਵਿੱਚ ਪੜ੍ਹਦੇ ਹਾਂ, ਤਾਂ ਕੀ ਹੁੰਦਾ ਆ? ਜਦੋਂ ਵੀ ਪਰਮੇਸ਼ਰ ਦਾ ਆਤਮਾ ਆਉਂਦਾ ਸੀਗਾ, ਸ਼ੈਤਾਨ ਦੀਆਂ ਸਾਰੀਆਂ ਜੁਗਤੀਆਂ ਖਤਮ ਹੋ ਜਾਂਦੀਆਂ ਸੀਗੀਆਂ। ਜਿੰਨੇ ਵੀ ਅੱਜ ਮਸੀਹੀ ਭਾਈ ਤੇ ਭੈਣ ਸ਼ੈਤਾਨ ਦੇ ਚੱਕੜੇ ਹੋਏ ਆ, ਉਹਨਾਂ ਦੇ ਘਰਾਂ ਦੇ ਵਿੱਚ ਸ਼ੈਤਾਨ ਦਾ ਕੰਮ ਹੈ। ਚਾਹੇ ਉਹ ਕੋਈ ਨਸ਼ੇ ਦੇ ਵਿੱਚ ਆ, ਚਾਹੇ ਕੋਈ ਕਿਸੇ ਵੀ ਤਰ੍ਹਾਂ ਦੀ ਬੁਰਾਈ ਦੇ ਵਿੱਚ, ਪਾਪ ਦੇ ਵਿੱਚ ਹੈ, ਤੇ ਅੱਜ ਪਵਿੱਤਰ ਆਤਮਾ ਤੁਹਾਡੇ ਦੁਆਰਾ ਉਹਨਾਂ ਨੂੰ ਕੱਢਣਾ ਚਾਹੁੰਦਾ ਆ। ਦੂਸਰਾ ਪੁਆਇੰਟ ਹੈਗਾ ਕਿ ਪਵਿੱਤਰ ਆਤਮਾ ਤੁਹਾਡੇ ਦੁਆਰਾ ਇਸ ਲਈ ਆਇਆ, ਪਵਿੱਤਰ ਆਤਮਾ, ਕਿ ਤੁਹਾਡੇ ਦੁਆਰਾ ਉਹਨਾਂ ਨੂੰ ਕੀ ਕਰੇ? ਲੋਕਾਂ ਨੂੰ ਛੁਡਾਇਆ ਜਾਵੇ, ਕੱਢਿਆ ਜਾਵੇ ਪਾਪ ਦੇ ਵਿੱਚੋਂ। ਪਵਿੱਤਰ ਆਤਮਾ ਇਸ ਲਈ ਆਇਆ। ਹਾਲੇਲੂਇਆ। ਪਵਿੱਤਰ ਆਤਮਾ ਸਿਰਫ ਇੱਕ ਅਸੀਂ ਪੜ੍ਹ ਕੇ ਛੱਡ ਦਿੰਦੇ ਹਾਂ ਕਿ ਹਾਂ ਪਵਿੱਤਰ ਆਤਮਾ ਪੈਂਟੀਕੋਸਟ ਵਾਲੇ ਦਿਨ ਆਇਆ। ਪਵਿੱਤਰ ਆਤਮਾ ਦੇ ਅਸੀਂ ਕੰਮਾਂ ਨੂੰ ਨਹੀਂ ਜਾਣਦੇ। ਪਵਿੱਤਰ ਆਤਮਾ ਦੇ ਅਸੀਂ ਕੰਮਾਂ ਨੂੰ ਜਾਣਨਾ, ਕਿ ਪਵਿੱਤਰ ਆਤਮਾ ਸਾਡੇ ਦੁਆਰਾ ਕਰਨਾ ਕੀ ਚਾਹੁੰਦਾ ਆ। ਜਿਸ ਤਰ੍ਹਾਂ ਉਹ ਸ਼ਮਸ਼ੂਨ ਦੇ ਦੁਆਰਾ ਪਰਮੇਸ਼ਰ ਦੀ ਯੋਜਨਾ ਸੀ, ਪਵਿੱਤਰ ਆਤਮਾ ਜਦੋਂ ਆਉਂਦਾ ਸੀਗਾ, ਉਹ ਜਿਹੜੇ ਫਰਿਸ਼ਤੀ ਲੋਕ ਸੀ ਖਤਮ ਹੁੰਦੇ ਸੀਗੇ। ਪਰਮੇਸ਼ਰ ਦੀ ਯੋਜਨਾ ਸੀਗੀ। ਪਰਮੇਸ਼ਰ ਦੀ ਅੱਜ ਵੀ ਯੋਜਨਾ ਹੈ ਕਿ ਉਹ ਜਿਹੜੇ ਫਲਿਸ਼ਤੀ ਲੋਕ ਆ, ਮਤਲਬ ਸ਼ੈਤਾਨ ਹੈ, ਸ਼ੈਤਾਨ ਦੀ ਜੁਗਤੀਆਂ ਆ, ਜਿੰਨੀਆਂ ਵੀ ਪਖੰਡ ਆ, ਜਿੰਨਾ ਵੀ ਜਾਦੂ ਟੋਣਾ ਕਰਨ ਵਾਲੇ ਆ, ਉਹਨਾਂ ਦੀਆਂ ਸਾਰਿਆਂ ਦੀਆਂ ਪਲੈਨਿੰਗਾਂ ਕੀ ਕਰੇ? ਤੁਸੀਂ ਚੌਪਟ ਕਰ ਸਕੋ, ਖਤਮ ਕਰ ਸਕੋ। ਹਾਲੇਲੂਇਆ। ਕਿ ਤੁਸੀਂ ਤਿਆਰ ਆ ਪਰਮੇਸ਼ਰ ਦੇ ਕੰਮ ਕਰਨ ਦੇ ਲਈ? ਪਰਮੇਸ਼ਰ ਦਾ ਆਤਮਾ ਸਦਾ ਲਈ ਇਸ ਲਈ ਪੈਂਟੀਕੋਸਟ ਵਾਲੇ ਦਿਨ ਉਡੇਲਿਆ ਗਿਆ। ਆਮੀਨ। ਪਰਮੇਸ਼ਰ ਦਾ ਆਤਮਾ ਤੁਹਾਨੂੰ ਬਲ ਤੇ ਸਾਮਰਥ ਦਿੰਦਾ ਆ। ਹਾਲੇਲੂਇਆ। ਉਹ ਸਾਮਰਥ ਜਿਹੜੀ ਤੁਹਾਡੀ ਉਹ ਸਦਾ ਦੇ ਲਈ ਬਣੀ ਰਹਿੰਦੀ ਆ। ਹਾਲੇਲੂਇਆ। ਹਮੇਸ਼ਾ ਦੇ ਲਈ ਬਣੀ ਰਹਿੰਦੀ ਆ। ਤਾਂ ਹੀ ਯਿਸੂ ਮਸੀਹ ਨੇ ਕਿਹਾ ਪਰਮੇਸ਼ਰ ਦਾ ਰਾਜ ਕਾਹਦੇ ਵਿੱਚ ਹੈ? ਗੱਲਾਂ ਦੇ ਵਿੱਚ ਨਹੀਂ, ਬਲਕਿ ਸਾਮਰਥ ਦੇ ਵਿੱਚ ਹੈ। ਹਾਲੇਲੂਇਆ। ਸ਼ਮਸ਼ੂਨ ਤੇ ਪਰਮੇਸ਼ਰ ਦੀ ਯੋਜਨਾ ਸੀਗੀ ਉਹ ਫਲਿਸ਼ਤੀ ਲੋਕਾਂ ਨੂੰ ਖਤਮ ਕਰ ਸਕੇ। ਅੱਜ ਪਰਮੇਸ਼ਰ ਦੀ ਯੋਜਨਾ ਹੈ ਕਿ ਤੁਸੀਂ ਸ਼ੈਤਾਨ ਨੂੰ ਤੇ ਉਸਦੇ ਕੰਮਾਂ ਨੂੰ, ਉਸਦੀਆਂ ਬਿਮਾਰੀਆਂ ਨੂੰ, ਉਸਦੇ ਘੱਲੇ ਹੋਏ ਪਾਪ ਨੂੰ ਉਸ ਇਨਸਾਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਖਤਮ ਕਰ ਸਕੋ, ਤੇ ਉਹਨਾਂ ਦੇ ਲੋਕਾਂ ਨੂੰ ਸੇਫ ਕਰ ਸਕੋ, ਪਰਮੇਸ਼ਰ ਦੇ ਲੋਕਾਂ ਨੂੰ ਸੇਫ ਕਰ ਸਕੋ। ਹਾਲੇਲੂਇਆ। ਜਦੋਂ ਪਵਿੱਤਰ ਆਤਮਾ ਆਇਆ ਕਿ ਤੁਸੀਂ ਸ਼ੈਤਾਨ ਦੇ ਕੰਮਾਂ ਨੂੰ ਖਤਮ ਕਰ ਸਕੋ। ਹਾਲੇਲੂਇਆ। ਪਵਿੱਤਰ ਆਤਮਾ ਇਸ ਲਈ ਆਇਆ ਕਿ ਤੁਸੀਂ ਸ਼ੈਤਾਨ ਦੀਆਂ ਸਾਰੀਆਂ ਚਾਲਾਂ ਨੂੰ, ਉਸਦੇ ਸਾਰੇ ਕੰਮਾਂ ਨੂੰ, ਉਸਦੀਆਂ ਹਰ ਇੱਕ ਭੇਜੀ ਹੋਈ ਮੁਸ਼ਕਲ ਨੂੰ, ਹਰ ਇੱਕ ਭੇਜੀ ਹੋਈ ਮੁਸੀਬਤ ਨੂੰ ਖਤਮ ਕਰ ਸਕੋ। ਹਾਲੇਲੂਇਆ। ਪਰਮੇਸ਼ਰ ਦਾ ਆਤਮਾ, ਦੂਸਰਾ ਪੁਆਇੰਟ, ਪਰਮੇਸ਼ਰ ਦਾ ਅਗਲਾ ਪੁਆਇੰਟ ਹੈਗਾ, ਪਰਮੇਸ਼ਰ ਦਾ ਆਤਮਾ ਜਿਹੜਾ ਆਇਆ ਆ ਉਹ ਆਪਣੀ ਸਾਮਰਥ ਨੂੰ ਪ੍ਰਗਟ ਕਰਨ ਦੇ ਲਈ ਆਇਆ। ਹਾਲੇਲੂਇਆ। ਆਪਣੀ ਸਾਮਰਥ ਨੂੰ ਪ੍ਰਗਟ ਕਰਨ ਦੇ ਲਈ। ਜਦੋਂ ਯਿਸੂ ਮਸੀਹ ਨੇ ਵੱਡੇ ਚਿੰਨ੍ਹ ਚਮਤਕਾਰ ਕੀਤੇ ਤਾਂ ਬਹੁਤ ਸਾਰੇ ਲੋਕਾਂ ਨੇ ਆ ਕੇ ਕਿਹਾ ਕਿ ਪ੍ਰਭੂ ਜੀ ਸੱਚਮੁੱਚ ਤੁਸੀਂ ਪਰਮੇਸ਼ਰ ਦੇ ਵੱਲੋਂ ਘੱਲੇ ਹੋਏ ਹੋ, ਕਿਉਂਕਿ ਜਿਸ ਦੇ ਨਾਲ ਪਰਮੇਸ਼ਰ ਨਹੀਂ ਹੁੰਦਾ ਉਹ ਇਹ ਵਿਚਿੱਤਰ ਕੰਮ ਨਹੀਂ ਕਰ ਸਕਦਾ। ਹਾਲੇਲੂਇਆ। ਜਿਸ ਦੇ ਨਾਲ ਪਰਮੇਸ਼ਰ ਆ ਉਹੀ ਅਦਭੁਤ ਕੰਮ ਕਰੇਗਾ। ਹਾਲੇਲੂਇਆ। ਇਹ ਪਰਮੇਸ਼ਰ ਦਾ ਆਤਮਾ ਇਸੇ ਲਈ ਤੁਹਾਡੇ ਉੱਤੇ ਆਇਆ। ਪਰਮੇਸ਼ਰ ਨੇ ਸਦਾ ਲਈ ਤੁਹਾਨੂੰ ਦਿੱਤਾ ਕਿ ਤੁਸੀਂ ਕੀ ਕਰੋ? ਸਾਮਰਥ ਨੂੰ ਪ੍ਰਗਟ ਕਰ ਸਕੋ। ਹਾਲੇਲੂਇਆ। ਅੱਜ ਅਸੀਂ ਪ੍ਰਭੂ ਦੇ ਵਿੱਚ ਆ ਚੁੱਕੇ ਹਾਂ, ਮਸੀਹ ਦੇ ਵਿੱਚ ਆ ਚੁੱਕੇ ਹਾਂ, ਪਰ ਅਸੀਂ ਬਹੁਤ ਸਾਰੇ ਲੋਕ ਕੀ ਕਰ ਸਕਦੇ? ਪਰਮੇਸ਼ਰ ਦੀ ਸਾਮਰਥ ਨੂੰ ਪ੍ਰਗਟ ਨਹੀਂ ਕਰ ਰਹੇ ਹੈਗੇ। ਪਰਮੇਸ਼ਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਬਾਈਬਲ ਕਹਿੰਦੀ ਆ ਉਹ ਜਿੰਨਾ ਮੈਨੂੰ ਪ੍ਰੇਮ ਕਰਦਾ ਉਨਾ ਹੀ ਤੁਹਾਨੂੰ ਪ੍ਰੇਮ ਕਰਦਾ ਆ। ਉਹ ਹਰ ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਉਹ
ਉਨਾ ਹੀ ਪ੍ਰੇਮ ਕਰਦਾ ਹੈ। ਪਰਮੇਸ਼ਰ ਨੇ ਆਪਣਾ ਆਤਮਾ ਇਸ ਲਈ ਦਿੱਤਾ ਕਿ ਤੁਹਾਡੇ ਦੁਆਰਾ ਪਰਮੇਸ਼ਰ ਪ੍ਰਗਟ ਹੋ ਸਕੇ। ਯਿਸੂ ਮਸੀਹ ਕੀ ਕਰਨ ਦੇ ਲਈ ਆਏ ਸੀਗੇ ਸੰਸਾਰ ਦੇ ਵਿੱਚ? ਪਿਤਾ ਨੂੰ ਪ੍ਰਗਟ ਕਰਨ ਦੇ ਲਈ ਆਏ ਸੀਗੇ, ਪਿਤਾ ਨੂੰ ਪ੍ਰਗਟ ਕਰਨ ਦੇ ਲਈ। ਜਿੰਨੀਆਂ ਵੀ ਗੱਲਾਂ ਕੀਤੀਆਂ ਯਿਸੂ ਮਸੀਹ ਨੇ, ਜਿੰਨੇ ਵੀ ਚਮਤਕਾਰ ਕੀਤੇ, ਜਿੰਨੀਆਂ ਵੀ ਬਾਈਬਲ ਦੇ ਵਿੱਚ ਗੱਲਾਂ ਨੇ, ਉਹਨੇ ਪਿਤਾ ਦਾ ਆਦਰ ਕੀਤਾ, ਪਿਤਾ ਦੇ ਬਾਰੇ ਦੱਸਿਆ, ਪਿਤਾ ਨੂੰ ਪ੍ਰਗਟ ਕੀਤਾ। ਹਾਲੇਲੂਇਆ। ਅੱਜ ਪਵਿੱਤਰ ਆਤਮਾ ਇਸ ਲਈ ਆਇਆ ਕਿ ਤੁਸੀਂ ਪਿਤਾ ਪਰਮੇਸ਼ਰ ਨੂੰ ਪ੍ਰਗਟ ਕਰ ਸਕੋ। ਹਾਲੇਲੂਇਆ। ਅਸੀਂ ਪਰਮੇਸ਼ਰ ਨੂੰ ਪ੍ਰਗਟ ਕਰਨਾ ਹੈ ਦੁਨੀਆ ਉੱਤੇ, ਸਮਾਜ ਉੱਤੇ। ਹਾਲੇਲੂਇਆ। ਪਰਮੇਸ਼ਰ ਦੇ ਚੁਣੇ ਹੋਏ ਲੋਕਾਂ ਨੂੰ ਛੁਡਾਉਣਾ ਆ। ਪਰਮੇਸ਼ਰ ਦੇ ਜਿਹੜੇ ਜਿੰਨੇ ਵੀ ਲੋਕ ਬੰਧਨ ਦੇ ਵਿੱਚ ਉਹਨਾਂ ਨੂੰ ਕੀ ਕਰਨਾ? ਰਿਹਾਈ ਕਰਨਾ। ਜਿੱਥੇ ਬਾਈਬਲ ਕਹਿੰਦੀ ਆ ਪਰਮੇਸ਼ਰ ਦਾ ਆਤਮਾ, ਉੱਥੇ ਆਜ਼ਾਦੀ ਆ। ਹਾਲੇਲੂਇਆ। ਅੱਜ ਪਰਮੇਸ਼ਰ ਆਤਮਾ ਕਿੱਥੇ ਆ? ਤੁਹਾਡੇ ਅੰਦਰ ਹੈ। ਉਹ ਬਾਹਰ ਨਹੀਂ ਹੈਗਾ, ਤੁਹਾਡੇ ਅੰਦਰ ਹੈ। ਜਦੋਂ ਤੁਹਾਡੇ ਅੰਦਰ ਪਰਮੇਸ਼ਰ ਆਤਮਾ, ਸਭ ਤੋਂ ਪਹਿਲਾਂ ਤੁਹਾਡੇ ਅੰਦਰ ਹੈ ਆਜ਼ਾਦੀ ਆ। ਹਾਲੇਲੂਇਆ। ਬਾਈਬਲ ਕਹਿੰਦੀ ਜਿੱਥੇ ਪਰਮੇਸ਼ਰ ਆਤਮਾ ਉੱਥੇ ਆਜ਼ਾਦੀ ਆ, ਤੇ ਜਿੱਥੇ ਤੁਸੀਂ ਜਾਓਗੇ ਉੱਥੇ ਵੀ ਆਜ਼ਾਦੀ ਆਏਗੀ। ਆਮੀਨ। ਹਾਲੇਲੂਇਆ। ਜਿੱਥੇ ਤੁਸੀਂ ਜਾਓਗੇ ਉੱਥੇ ਆਜ਼ਾਦੀ ਆਏਗੀ, ਬੇਦਾਰੀ ਆਏਗੀ। ਪਰਮੇਸ਼ਰ ਦਾ ਆਤਮਾ ਇਸ ਲਈ ਆਇਆ ਕਿ ਤੁਸੀਂ ਕੀ ਕਰੋ? ਆਜ਼ਾਦੀ ਲਿਆ ਸਕੋ, ਬੇਦਾਰੀ ਲਿਆ ਸਕੋ, ਛੁਟਕਾਰਾ ਲਿਆ ਸਕੋ। ਆਮੀਨ। ਆਸ਼ੀਸ਼ ਲਿਆ ਸਕੋ। ਪ੍ਰਭੂ ਯਿਸੂ ਮਸੀਹ ਨੇ ਕਿਹਾ ਜਾਓ, ਜਿਸ ਘਰ ਦੇ ਵਿੱਚ ਜਾਓਗੇ ਉਸ ਘਰ ਦੇ ਵਿੱਚ ਸਭ ਤੋਂ ਪਹਿਲਾਂ ਕੀ ਮੰਗੋ? ਸੁੱਖ ਤੇ ਸ਼ਾਂਤੀ ਮੰਗੋ। ਅਗਰ ਉਸ ਘਰ ਦੇ ਜਿਹੜੇ ਤੁਹਾਡੀ ਸ਼ਾਂਤੀ ਨੂੰ ਗ੍ਰਹਿਣ ਕਰਨਗੇ, ਇਸ ਲਾਇਕ ਹੋਣਗੇ, ਤੁਹਾਡੀ ਸ਼ਾਂਤੀ ਕੀ ਹੋ ਜਾਏਗੀ? ਉਹਨਾਂ ਉੱਤੇ ਠਹਿਰ ਜਾਏਗੀ। ਨਹੀਂ, ਜੇਕਰ ਉਹ ਇਸ ਲਾਇਕ ਨਾ ਹੋਏ ਤਾਂ ਕੀ ਹੋਏਗਾ? ਤੁਹਾਡੀ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਏਗੀ। ਇਹਦਾ ਮਤਲਬ ਕੀ ਆ? ਜੇ ਯਿਸੂ ਮਸੀਹ ਸ਼ਾਂਤੀ ਦਾ ਰਾਜਕੁਮਾਰ ਆ, ਪਰਮੇਸ਼ਰ ਸ਼ਾਂਤੀ ਦਾ ਰਾਜਕੁਮਾਰ ਹੈ, ਤਾਂ ਤੁਸੀਂ ਵੀ ਸ਼ਾਂਤੀ ਦੇ ਰਾਜਕੁਮਾਰ ਹੋ। ਹਾਲੇਲੂਇਆ। ਜੇ ਯਿਸੂ ਮਸੀਹ ਜੋ ਕਰ ਰਿਹਾ ਆ ਉਹ ਤੁਹਾਨੂੰ ਦੇ ਰਿਹਾ। ਕਹਿੰਦਾ ਆਈ ਐਮ ਦੀ ਲਾਈਟ, ਯਿਸੂ ਮਸੀਹ ਨੇ ਕਿਹਾ। ਫਿਰ ਕਹਿੰਦਾ ਯੂ ਆਰ ਦੀ ਲਾਈਟ, ਤੁਸੀਂ ਇਸ ਜਗਤ ਦੀਆਂ ਜੋਤੀਆਂ ਹੋ। ਆਮੀਨ। ਜੋ ਯਿਸੂ ਮਸੀਹ ਸੀ ਉਹੀ ਯਿਸੂ ਮਸੀਹ ਤੁਹਾਨੂੰ ਜੋਤੀ ਬਣਾਉਣ ਦੇ ਲਈ, ਛੁਟਕਾਰਾ ਦੇਣ ਦੇ ਲਈ, ਤੁਹਾਡੀ ਪਵਿੱਤਰ ਆਤਮਾ ਆਇਆ ਕਿ ਤੁਸੀਂ ਪਰਮੇਸ਼ਰ ਦੀ ਸਾਮਰਥ ਨੂੰ ਕੀ ਕਰ ਸਕੋ? ਪ੍ਰਗਟ ਕਰ ਸਕੋ। ਹਾਲੇਲੂਇਆ। ਅੱਜ ਪਵਿੱਤਰ ਆਤਮਾ ਤੁਹਾਡੇ ਦੁਆਰਾ ਪਰਮੇਸ਼ਰ ਪਿਤਾ ਨੂੰ ਪ੍ਰਗਟ ਕਰਨਾ ਚਾਹੁੰਦਾ ਆ। ਹਾਲੇਲੂਇਆ। ਤੇ ਤੁਸੀਂ ਯਿਸੂ ਨੇ ਸਾਮਰਥੀ ਕੰਮਾਂ ਦੇ ਦੁਆਰਾ ਵੀ ਪਰਮੇਸ਼ਰ ਨੂੰ ਪ੍ਰਗਟ ਕੀਤਾ, ਤੇ ਤੁਸੀਂ ਵੀ ਪਰਮੇਸ਼ਰ ਨੂੰ ਪ੍ਰਗਟ ਕਰ ਸਕਦੇ ਹੋ। ਹਾਲੇਲੂਇਆ। ਜਦੋਂ ਤੁਸੀਂ ਉਹਦੇ ਤੇ ਵਿਸ਼ਵਾਸ ਰੱਖ ਕੇ ਤੌਬਾ ਕਰਦੇ ਆ, ਪਰਮੇਸ਼ਰ ਵੱਲ ਮੁੜਦੇ ਆ, ਸਭ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਰਿਹਾਈ ਆਉਂਦੀ ਆ, ਛੁਟਕਾਰਾ ਆਉਂਦਾ ਆ, ਚੰਗਾਈ ਆਉਂਦੀ ਆ, ਤੇ ਤੁਸੀਂ ਆਤਮਾ ਦੇ ਵਿੱਚ ਸਟਰੋਂਗ ਹੁੰਦੇ ਜਾਂਦੇ ਹੋ। ਤੁਹਾਡੀਆਂ ਪ੍ਰਾਰਥਨਾਵਾਂ ਚੇਂਜ ਹੁੰਦੀਆਂ, ਤੁਹਾਡਾ ਪ੍ਰੇਅਰ ਸਟਾਈਲ ਚੇਂਜ ਹੋ ਜਾਂਦਾ ਆ, ਤੁਹਾਡਾ ਬਾਈਬਲ ਪੜ੍ਹਨਾ ਚੇਂਜ ਹੋ ਜਾਂਦਾ। ਪਰਮੇਸ਼ਰ ਤੁਹਾਨੂੰ ਬੁੱਧੀ ਦਿੰਦਾ ਆ ਕਿ ਤੁਸੀਂ ਬੁੱਧੀ ਦੇ ਦੁਆਰਾ ਕੀ ਕਰ ਸਕੋ? ਪਰਮੇਸ਼ਰ ਦੇ ਕੰਮਾਂ ਨੂੰ ਪ੍ਰਗਟ ਕਰ ਸਕੋ। ਹਾਲੇਲੂਇਆ। ਪਵਿੱਤਰ ਆਤਮਾ, ਅਗਲਾ ਪੁਆਇੰਟ ਹੈਗਾ, ਪਵਿੱਤਰ ਆਤਮਾ ਤੁਹਾਡੇ ਦੁਆਰਾ ਪ੍ਰਚਾਰ ਕਰਨਾ ਚਾਹੁੰਦਾ ਹੈ। ਜਿਸ ਦਿਨ, ਜਦੋਂ ਪੈਂਟੀਕੋਸਟ ਵਾਲੇ ਦਿਨ, ਜਦੋਂ ਯਿਸੂ ਮਸੀਹ ਦੇ ਚੇਲੇ ਇਕੱਠੇ ਸੀਗੇ ਇੱਕ ਥਾਂ ਉੱਤੇ, ਪਵਿੱਤਰ ਆਤਮਾ ਆ ਗਿਆ। ਪਵਿੱਤਰ ਆਤਮਾ ਆਇਆ, ਕੀ ਹੋਇਆ? ਸਭ ਤੋਂ ਪਹਿਲਾਂ ਜੋ ਮੈਂ ਪਿੱਛੇ ਦੱਸ ਚੁੱਕਾ ਹਾਂ ਕਿ ਸਭ ਤੋਂ ਪਹਿਲਾਂ ਲੈਂਗੁਏਜ ਚੇਂਜ ਹੋ ਗਈ ਉਹਨਾਂ ਦੀ, ਜ਼ੁਬਾਨ ਬਦਲ ਗਈ, ਇੰਨੇ ਭਾਸ਼ਾ ਪ੍ਰਾਰਥਨਾ ਕਰ। ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਅੱਗੇ ਤੋਂ ਅਸੀਂ ਪੜ੍ਹਦੇ ਹਾਂ ਦੂਸਰੇ ਅਧਿਆਇ ਦੇ ਵਿੱਚ 14 ਆਇਤ ਦੇ ਵਿੱਚ ਪੜ੍ਹਦੇ ਹਾਂ, ਪ੍ਰੇਰਿਤਾਂ ਦੇ ਕੰਮ ਦੂਸਰਾ ਅਧਿਆਇ ਦੀ 14 ਆਇਤ ਵਿੱਚ ਪੜ੍ਹਦੇ ਹਾਂ, ਤਾਂ ਕੀ ਹੋਇਆ? ਜਦੋਂ ਪਵਿੱਤਰ ਆਤਮਾ ਆ ਗਿਆ, ਜਿਹੜਾ ਪਤਰਸ ਸੀਗਾ, ਪਤਰਸ ਦੇ ਅੰਦਰ ਕੀ ਆ ਗਿਆ? ਬਲ ਆ ਗਈ, ਸ਼ਕਤੀ ਆ ਗਈ, ਤੇ ਉੱਠ ਕੇ ਖੜਾ ਹੋ ਕੇ ਪ੍ਰਚਾਰ ਕਰਨ ਲੱਗ ਪਿਆ। ਹਾਲੇਲੂਇਆ। ਪ੍ਰਚਾਰ ਕਰਨਾ ਪਿਆ। ਇਸੇ ਤਰ੍ਹਾਂ ਜਦੋਂ ਇੱਕ ਖੋਜਾ ਨਾਮ ਦਾ ਇਨਸਾਨ ਸੀਗਾ, ਤਾਂ ਕੀ ਹੋਇਆ? ਫਿਲਿੱਪਸ ਤੇ ਖੋਜਾ, ਕੀ ਹੋਇਆ? ਜਦੋਂ ਫਿਲਿੱਪਸ ਤੇ ਖੋਜਾ, ਜਿਹੜਾ ਖੋਜਾ ਸੀਗਾ ਉਹ ਰੱਥ ਦੇ ਉੱਤੇ ਸੀਗਾ, ਤੇ ਪਰਮੇਸ਼ਰ ਦੇ ਆਤਮਾ ਨੇ ਕੀ ਕਿਹਾ ਕਿ ਖੋਜਾ ਫਿਲਿੱਪਸ ਨੂੰ ਕੀ ਕਿਹਾ? ਪਰਮੇਸ਼ਰ ਦੇ ਆਤਮਾ ਨੇ ਕਿ ਖੋਜੇ ਨੂੰ ਜਾ ਕੇ ਮਿਲ। ਤੇ ਖੋਜੇ ਨੇ, ਫਿਲਿੱਪਸ ਨੇ ਜਾ ਕੇ ਉੱਥੇ ਕੀ ਕੀਤਾ? ਪ੍ਰਚਾਰ ਕੀਤਾ, ਪਰਮੇਸ਼ਰ ਦੀ ਬਾਣੀ ਬਾਰੇ ਦੱਸਿਆ। ਯਸ਼ਾਇਆ ਨਬੀ ਦੀ ਵੀ ਉਹ ਪੁਸਤਕ ਪੜ੍ਹ ਰਿਹਾ ਸੀਗਾ, ਉਹਨੂੰ ਸਮਝ ਨਹੀਂ ਆ ਰਹੀ ਸੀ, ਉਹਦੇ ਬਾਰੇ ਸਮਝਾਇਆ, ਯਿਸੂ ਮਸੀਹ ਦੇ ਬਾਰੇ ਦੱਸਿਆ ਉਹਨੇ। ਤਾਂ ਕੀ ਹੋਇਆ? ਫਿਲਿੱਪਸ ਬਪਤਿਸਮਾ ਦਿੱਤਾ। ਪਰਮੇਸ਼ਰ ਦਾ ਆਤਮਾ ਚੁੱਕ ਕੇ ਲੈ ਗਿਆ, ਬਾਈਬਲ ਕਹਿੰਦੀ ਆ, ਫਿਲਿੱਪਸ ਨੂੰ ਦੂਸਰੇ ਇਲਾਕੇ ਦੇ ਵਿੱਚ। ਅੱਜ ਪਵਿੱਤਰ ਆਤਮਾ ਤੁਹਾਡੇ ਤੇ ਆਇਆ ਕਿ ਤੁਹਾਨੂੰ ਚੁੱਕ ਕੇ ਲੈ ਜਾਏ। ਜੇ ਤੁਹਾਡਾ ਲੈਵਲ ਇੱਥੇ ਨਾ, ਚੁੱਕ ਕੇ ਇੱਥੇ ਲੈ ਜਾਏ। ਆਮੀਨ। ਪਰਮੇਸ਼ਰ ਦਾ ਆਤਮਾ ਤੁਹਾਨੂੰ ਉਚਾਈ ਤੇ ਲੈ ਕੇ ਜਾਣਾ ਹੈ। ਪਰਮੇਸ਼ਰ ਦਾ ਆਤਮਾ ਤੁਹਾਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਜਾਣ ਤੇ ਲਿਆ। ਪਰਮੇਸ਼ਰ ਦੇ ਆਤਮਾ ਨੇ ਫਿਲਿੱਪਸ ਦੇ ਨਾਲ ਗੱਲਬਾਤ ਕੀਤੀ, ਖੋਜਾ ਦੇ ਨਾਲ ਹੋ ਜਾ। ਉਹ ਦੌੜਿਆ। ਫਿਲਿੱਪਸ ਰੱਥ ਤੇ ਜਾ ਰਿਹਾ, ਖੋਜਾ ਰੱਥ ਤੇ ਜਾ ਰਿਹਾ, ਫਿਲਿੱਪਸ ਕਾਹਦੇ ਨਾਲ ਜਾ ਰਿਹਾ? ਪਰਮੇਸ਼ਰ ਦੀ ਆਤਮਾ ਦੇ ਨਾਲ ਜਾ ਰਿਹਾ। ਉਹ ਸਾਮਰਥ ਭਰ ਗਿਆ।
ਹਾਲੇਲੂਇਆ। ਤੇ ਜਦੋਂ ਪਰਮੇਸ਼ਰ ਦਾ ਆਤਮਾ ਆਉਂਦਾ ਹੈ ਤਾਂ ਤੁਸੀਂ ਪ੍ਰਚਾਰ ਕਰਦੇ ਹੋ। ਜਿਸ ਤਰ੍ਹਾਂ ਪਤਰਸ ਨੇ ਸਾਮਰਥ ਦੇ ਦੁਆਰਾ ਭਰਪੂਰ ਹੋਇਆ, ਉਹ ਹੌਸਲੇ ਦੇ ਵਿੱਚ ਆਇਆ ਤੇ ਉਹਨੇ ਜਿੰਨੇ ਵੀ ਲੋਕ ਬੋਲਦੇ ਸੀਗੇ ਕਿ ਇਹ ਲੋਕ ਸ਼ਾਇਦ ਸ਼ਰਾਬ ਪੀਤੀ ਆ, 11 ਚੇਲਿਆਂ ਨੂੰ ਕਹਿਣਾ ਕਿ ਇੰਨੇ ਭਾਸ਼ਾ ਬੋਲਦੇ ਆ ਕਿ ਇਹ ਏਦਾਂ, ਉਹ ਸਮਝੇ ਨਹੀਂ ਹੈਗੇ। ਜਦੋਂ ਪਵਿੱਤਰ ਆਤਮਾ ਪਤਰਸ ਦੇ ਉੱਤੇ ਆਇਆ ਤਾਂ ਪਤਰਸ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਉਸਨੇ। ਹਾਲੇਲੂਇਆ। ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਪਰਮੇਸ਼ਰ ਦੇ ਰਾਜੇ ਨੂੰ ਫੈਲਾਉਣਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ ਦੇ ਵਿੱਚ 3-3 ਹਜ਼ਾਰ ਲੋਕਾਂ ਨੂੰ ਬਪਤਿਸਮਾ ਦਿੱਤਾ। ਹਾਲੇਲੂਇਆ। ਇਹ ਕਿੱਦਾਂ ਹੋਇਆ? ਪਵਿੱਤਰ ਆਤਮਾ ਦੀ ਸਾਮਰਥ ਦੁਆਰਾ। ਅੱਜ ਵੀ ਉਹਦੀ ਸਾਮਰਥ ਅਵੇਲੇਬਲ ਹੈ, ਮੌਜੂਦ ਹੈ ਤੁਹਾਡੇ ਦੁਆਰਾ। ਉਹੀ ਜੋ ਪਤਰਸ ਦੁਆਰਾ ਕੰਮ ਹੁੰਦੇ ਸੀਗੇ, ਅੱਜ ਉਹੀ ਪਰਮੇਸ਼ਰ ਦਾ ਆਤਮਾ ਤੁਹਾਡੇ ਦੁਆਰਾ ਕੰਮ ਕਰਨਾ ਚਾਹੁੰਦਾ ਹੈ। ਆਮੀਨ। ਕਿ ਤੁਸੀਂ ਤਿਆਰ ਹੋ ਪਰਮੇਸ਼ਰ ਦੇ ਕੰਮਾਂ ਨੂੰ ਕਰਨ ਦੇ ਲਈ? ਅੱਜ ਵੀ ਪਰਮੇਸ਼ਰ ਦਾ ਆਤਮਾ ਤੁਹਾਡੇ ਦੁਆਰਾ ਪ੍ਰਚਾਰ ਕਰਨਾ ਚਾਹੁੰਦਾ ਹੈ। ਪਰਮੇਸ਼ਰ ਦਾ ਆਤਮਾ ਇਸੇ ਲਈ ਆਇਆ ਕਿ ਤੁਸੀਂ ਕੀ ਕਰ ਸਕੋ? ਪ੍ਰਚਾਰ ਕਰ ਸਕੋ। ਹਾਲੇਲੂਇਆ। ਪਰਮੇਸ਼ਰ ਪਵਿੱਤਰ ਆਤਮਾ ਦੇ ਅੱਗੇ ਅਗਰ ਅਸੀਂ ਵਰਦਾਨਾਂ ਨੂੰ ਦੇਖਦੇ ਹਾਂ, ਮੈਂ ਥੋੜਾ ਸ਼ਾਰਟਕਟ ਦੇ ਵਿੱਚ ਜਾ ਰਿਹਾ ਕਿ ਪਵਿੱਤਰ ਆਤਮਾ ਦੇ ਵਰਦਾਨ ਜਿਹੜੇ, ਜਦੋਂ ਪਵਿੱਤਰ ਆਤਮਾ ਆਇਆ ਤੇ ਕਲੀਸਿਆ ਦੇ ਵਿੱਚ ਕੀ ਆਏ? ਗਿਫਟਸ ਆਏ, ਵਰਦਾਨ ਆ ਗਏ। ਹਾਲੇਲੂਇਆ। ਵਰਦਾਨ ਕਿਉਂ ਆਏ ਆ? ਕਲੀਸਿਆ ਦੀ ਉન્નਤੀ ਕਰਨ ਲਈ। ਭਵਿੱਖਬਾਣੀ ਦਾ ਵਰਦਾਨ ਕਿਉਂ ਆਇਆ? ਕਿ ਕਲੀਸਿਆ ਦੀ ਉન્નਤੀ ਹੋਵੇ। ਹਾਲੇਲੂਇਆ। ਹੀਲਿੰਗ ਦਾ ਵਰਦਾਨ ਕਿਉਂ ਆਇਆ? ਕਿ ਲੋਕਾਂ ਦਾ ਵਿਸ਼ਵਾਸ ਵਧੇ। ਜਦੋਂ ਪਵਿੱਤਰ ਆਤਮਾ ਆਇਆ, ਵਰਦਾਨ ਆਏ, ਗਿਫਟਸ ਆਏ, ਉਹ ਵਰਦਾਨਾਂ ਦੇ ਦੁਆਰਾ ਕੀ ਕਰ ਸਕੋ? ਲੋਕਾਂ ਦਾ ਮਾਈਂਡ ਤੁਸੀਂ ਬਦਲ ਸਕੋ। ਆਮੀਨ। ਅੱਜ ਲੋਕ ਚਮਤਕਾਰ ਨੂੰ ਦੇਖ ਕੇ ਪਰਮੇਸ਼ਰ ਉੱਤੇ ਭਰੋਸਾ ਕਰਦੇ ਆ। ਹੀਲਿੰਗ ਨੂੰ ਦੇਖ ਕੇ, ਜਦੋਂ ਜਕੜੇ ਹੁੰਦੇ ਆ, ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਦੁਸ਼ਟ ਆਤਮਾਵਾਂ ਆਉਂਦੀਆਂ, ਸ਼ੈਤਾਨੀ ਚੱਕਰ ਹੁੰਦੇ ਆ, ਜਦੋਂ ਪ੍ਰੇਅਰ ਹੁੰਦੀ ਆ, ਕੀ ਹੁੰਦਾ ਆ? ਉਹ ਸਾਰੇ ਸ਼ੈਤਾਨੀ ਚੱਕਰ ਖਤਮ ਹੋ ਜਾਂਦੇ ਤੇ ਨਾਲ ਦੇ ਦੇਖਣ ਵਾਲੇ ਕਹਿੰਦੇ ਇਹ ਕੀ ਹੋ ਗਿਆ, ਹੈਰਾਨ ਹੋ ਜਾਂਦੇ ਆ। ਪਵਿੱਤਰ ਆਤਮਾ ਤੁਹਾਡੇ ਦੁਆਰਾ ਲੋਕਾਂ ਨੂੰ ਹੈਰਾਨ ਕਰਨਾ ਚਾਹੁੰਦਾ ਹੈ। ਆਮੀਨ। ਤੁਹਾਡੇ ਦੁਆਰਾ, ਕੱਲੇ ਮੇਰੇ ਦੁਆਰਾ ਨਹੀਂ, ਤੁਹਾਡੇ ਵੀ ਦੁਆਰਾ। ਜਿੰਨੇ ਵੀ ਉਸ ਜਿੰਦਾ ਪਰਮੇਸ਼ਰ ਨੂੰ, ਪ੍ਰਭੂ ਯਿਸੂ ਮਸੀਹ ਨਾਸਰੀ ਨੂੰ ਕਬੂਲ ਕਰਦੇ ਆ, ਤੁਹਾਡੇ ਦੁਆਰਾ ਲੋਕਾਂ ਨੂੰ ਹੈਰਾਨ ਕਰੇਗਾ। ਤੁਹਾਡੇ ਦੁਆਰਾ ਲੋਕ ਹੈਰਾਨ ਹੋਣਗੇ। ਬੇਸ਼ੱਕ ਤੁਹਾਡੇ ਦੁਸ਼ਮਣ ਕਿੰਨੇ ਵੀ ਕਿਉਂ ਨਾ ਬਣ ਜਾਣ, ਉਹ ਵੀ ਹੈਰਾਨ ਹੋਣਗੇ, ਦੇਖਦੇ ਰਹਿਣਗੇ ਉਹ। ਆਮੀਨ। ਪਵਿੱਤਰ ਆਤਮਾ ਇਸੇ ਲਈ ਆਇਆ ਕਿ ਤੁਸੀਂ ਉਹਦੇ ਰਾਜੇ ਨੂੰ ਪ੍ਰਗਟ ਕਰ ਸਕੋ। ਹਾਲੇਲੂਇਆ। ਪ੍ਰਚਾਰ ਕਰ ਸਕੋ। ਹਾਲੇਲੂਇਆ। ਕਲੀਸਿਆ ਦੀ ਉન્નਤੀ ਕਰ ਸਕੋ। ਵਰਦਾਨ ਇਸੇ ਲਈ ਪਰਮੇਸ਼ਰ ਨੇ ਦਿੱਤੇ ਆ। ਹਾਲੇਲੂਇਆ। ਜਦੋਂ ਹੀਲਿੰਗ ਦਾ ਵਰਦਾਨ ਇਸਤੇਮਾਲ ਹੁੰਦਾ ਆ, ਅੱਜ ਲੋਕ ਬਿਮਾਰੀਆਂ ਦੇ ਵਿੱਚ ਜਦੋਂ ਹੁੰਦੇ ਆ, ਉਹ ਰਿਪੋਰਟਾਂ ਕਰਾਈ ਜਾਂਦੇ, ਰਿਪੋਰਟਾਂ ਨੋਰਮਲ ਹੈ, ਸਭ ਕੁਝ ਉਹਨਾਂ ਦਾ ਨੋਰਮਲ ਆਉਂਦਾ ਆ, ਫਿਰ ਵੀ ਦਵਾਈਆਂ ਖਾਈ ਜਾਂਦੇ, ਫਿਰ ਵੀ ਬਿਮਾਰ ਰਹਿੰਦਾ। ਕੀ? ਕਿ ਉਹਨਾਂ ਦੀ ਆਤਮਾ ਨੂੰ ਤੁਸੀਂ ਸਾਫ਼ ਕਰ ਸਕੋ। ਪਰਮੇਸ਼ਰ ਦਾ ਆਤਮਾ ਇਸ ਲਈ ਤੁਹਾਡੇ ਅੰਦਰ ਹੈ। ਜਦੋਂ ਆਤਮਾ ਦੇ ਨਾਲ ਆਤਮਾ ਟਕਰਾਉਂਦਾ ਹੈ ਤੇ ਸਾਰੀਆਂ ਬੁਰੀਆਂ ਆਤਮਾਵਾਂ ਖਤਮ ਹੋ ਜਾਂਦੀਆਂ। ਜਿੱਥੇ ਪਰਮੇਸ਼ਰ ਦਾ ਉਜਾਲਾ, ਉੱਥੇ ਹਨੇਰਾ ਨਹੀਂ ਰਹਿੰਦਾ। ਤੁਸੀਂ ਉਜਾਲੇ ਹੋ ਤੇ ਤੁਸੀਂ ਹਨੇਰੇ ਨੂੰ ਖਤਮ ਕਰੋਗੇ। ਆਮੀਨ। ਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਦੁਆਰਾ ਕਲੀਸਿਆ ਦੀ ਉન્નਤੀ ਨੂੰ ਕਰਨਾ ਚਾਹੁੰਦਾ ਹੈ, ਲੋਕਾਂ ਨੂੰ ਬਚਾਉਣਾ ਚਾਹੁੰਦਾ ਹੈ, ਪਰਮੇਸ਼ਰ ਦੇ ਨਾਲ ਜੋੜਨਾ ਚਾਹੁੰਦਾ ਹੈ। ਆਮੀਨ। ਪਰ ਪ੍ਰਭੂ ਯਿਸੂ ਮਸੀਹ ਕਿਉਂ ਆਏ? ਕਿ ਸਾਡਾ ਮੇਲ ਪਿਤਾ ਨਾਲ ਕਰਾ ਸਕੇ। ਅੱਜ ਉਹੀ ਪਰਮੇਸ਼ਰ ਨੇ ਆਤਮਾ ਭੇਜਿਆ ਕਿ ਤੁਹਾਡੇ ਦੁਆਰਾ ਲੋਕਾਂ ਦਾ ਮੇਲ, ਸੰਸਾਰ ਦਾ ਮੇਲ ਪਿਤਾ ਦੇ ਨਾਲ ਹੋ ਸਕੇ। ਪਰਮੇਸ਼ਰ ਦਾ ਆਤਮਾ ਇਸ ਲਈ ਆਇਆ ਕਿ ਤੁਸੀਂ ਸੰਸਾਰ ਦਾ ਮੇਲ ਪਿਤਾ ਦੇ ਨਾਲ ਕਰਾ ਸਕੋ। ਆਮੀਨ। ਹਾਲੇਲੂਇਆ। ਮੈਨੂੰ ਵਿਸ਼ਵਾਸ ਹੈ ਕਿ ਇਹਨਾਂ ਬਚਨਾਂ ਦੇ ਦੁਆਰਾ ਤੁਹਾਨੂੰ ਆਸ਼ੀਸ਼ ਨੂੰ ਤੁਸੀਂ ਪਾ ਰਹੇ ਹੋ, ਤੁਸੀਂ ਬਰਕਤ ਨੂੰ ਪਾ ਰਹੇ ਹੋ। ਅੱਜ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਇੱਕ ਮੇਰੇ ਕੋਲ ਸਿਸਟਰ ਆਈ, ਮੈਂ ਥੋੜੇ ਦਿਨਾਂ ਪਹਿਲਾਂ, ਪਰਸੋਂ ਸ਼ਾਇਦ, ਕੀ ਕਹਿੰਦੀ ਮੈਨੂੰ ਕਿਸੇ ਨੇ ਕਿਹਾ ਕਿ ਮਤਲਬ ਕਿਸੇ ਸੇਵਕ ਨੇ ਉਹਨੂੰ ਕਹਿ ਦਿੱਤਾ ਕਿ ਤੇਰੀ ਇਕੱਲੀ ਦੀ ਪ੍ਰਾਰਥਨਾ ਕੁਝ ਨਹੀਂ ਕਰ ਸਕਦੀ, ਕਿ ਤੇਰੇ ਘਰ ਨੂੰ ਬਦਲ ਨਹੀਂ ਸਕਦੀ। ਯਿਸੂ ਮਸੀਹ ਦਾ ਵਚਨ ਕਹਿੰਦਾ ਆ ਕਿ ਮਸੀਹ ਦੇ ਵਿੱਚ ਕੀਤੀ ਹੋਈ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ। ਇਹੋ ਜਿਹਾ ਬਾਈਬਲ ਵਿੱਚ ਕੋਈ ਵਚਨ ਨਹੀਂ ਲਿਖਿਆ ਵਾ ਕਿ ਤੁਸੀਂ, ਤੁਹਾਡੀ ਇਕੱਲੇ ਦੀ ਪ੍ਰਾਰਥਨਾ ਕੁਝ ਨਹੀਂ ਕਰ ਸਕਦੀ। ਯਿਸੂ ਜੀ ਨੇ ਇੱਕ ਗੱਲ ਕਹੀ, ਧਰਮੀ ਜਨ ਦੀ ਪ੍ਰਾਰਥਨਾ ਦੇ ਨਾਲ ਸਾਰਾ ਕੁਝ ਹੋ ਸਕਦਾ ਹੈ। ਹਾਲੇਲੂਇਆ। ਤੁਸੀਂ ਧਰਮੀ ਹੋ, ਤੁਸੀਂ ਇਕੱਲੇ ਹੋ, ਤੁਹਾਡੀ ਪ੍ਰਾਰਥਨਾ ਦੇ ਦੁਆਰਾ। ਏਲੀਆ ਵੀ ਇਕੱਲਾ ਸੀਗਾ। ਹਾਲੇਲੂਇਆ। ਮੂਸਾ ਵੀ ਇਕੱਲਾ ਹੀ ਸੀਗਾ, ਨੂਹ ਵੀ ਇਕੱਲਾ ਸੀਗਾ, ਅਯੂਬ ਵੀ ਇਕੱਲਾ ਸੀਗਾ। ਯਿਸੂ ਮਸੀਹ ਵੀ ਸਟਾਰਟਿੰਗ ਦੇ ਵਿੱਚ ਇਕੱਲਾ ਸੀਗਾ, ਚੇਲੇ ਬਾਅਦ ਚ ਆਏ। ਹਾਲੇਲੂਇਆ। ਤੁਸੀਂ ਇਕੱਲਿਆਂ ਨੇ ਸੰਸਾਰ ਬਦਲ ਸਕਦੇ ਹੋ। ਕੌਣ? ਜਿਹੜਾ ਤੁਹਾਨੂੰ ਇਸ ਚੀਜ਼ ਨੈਗੇਟਿਵ ਗੱਲਾਂ ਬੋਲਦਾ ਨਾ ਕਿ ਤੁਹਾਡੀ ਇਕੱਲੇ ਦੀ ਪ੍ਰਾਰਥਨਾ ਕੁਝ ਨਹੀਂ ਕਰ ਸਕਦੀ, ਇਹੋ ਜਿਹਿਆਂ ਦੇ ਚਰਚਾਂ ਦੇ ਵਿੱਚ ਵੀ ਜਾਣਾ ਬੰਦ ਕਰੋ। ਇਹੋ ਜਿਹੇ ਸੇਵਕਾਂ ਜਿਹੜੇ ਤੁਹਾਡੇ ਫੇਥ ਨੂੰ ਵਧਾ ਨਹੀਂ ਰਹੇ ਬਲਕਿ ਕਮਜ਼ੋਰ ਕਰ ਰਹੇ ਆ। ਹਾਲੇਲੂਇਆ।
ਤੁਹਾਡੇ ਜਿਹੜੇ ਫੇਥ ਨੂੰ ਨੈਗੇਟਿਵ ਕਰ ਰਹੇ ਆ ਕਿ ਤੁਹਾਡੀ ਇਕੱਲੇ ਦੀ ਪ੍ਰਾਰਥਨਾ ਕੁਝ ਨਹੀਂ ਕਰ ਸਕਦੀ, ਤੁਸੀਂ ਇਕੱਲੇ ਕੁਝ ਨਹੀਂ ਕਰਦੇ। ਅਸੀਂ ਸਾਰਾ ਕੁਝ ਕਰ ਸਕਦੇ ਹਾਂ। ਆਈ ਐਮ ਦੀ ਲਾਈਟ ਆਫ ਦੀ ਵਰਲਡ। ਯਿਸੂ ਮਸੀਹ ਨੇ ਮੈਨੂੰ ਅਧਿਕਾਰ ਦਿੱਤਾ, ਸੰਸਾਰ ਦੀ ਮੈਂ ਜੋਤੀ ਹਾਂ। ਉਹਨੇ ਆਪਣਾ ਆਤਮਾ ਮੇਰੇ ਅੰਦਰ ਪਾਇਆ ਆ। ਅਗਰ ਸਾਨੂੰ ਇਹੋ ਜਿਹਾ ਗਲਤ ਸਿੱਖਿਆ ਦਿੰਦਾ ਆ, ਉਸ ਨੂੰ ਮਿਲਣਾ ਵੀ ਬੰਦ ਕਰੋ। ਤੁਸੀਂ ਜਿਉਂਦੀ ਕਲੀਸਿਆ ਹੋ। ਹਾਲੇਲੂਇਆ। ਤੁਸੀਂ ਮਰੀ ਹੋਈ ਚਰਚ ਦੇ ਵਿੱਚ ਨਹੀਂ ਜਾ ਸਕਦੇ। ਅਗਰ ਜਿੱਥੇ ਕੋਈ ਪਰਮੇਸ਼ਰ ਦੀ ਸਾਮਰਥ ਨਹੀਂ, ਜਿੱਥੇ ਪਰਮੇਸ਼ਰ ਦਾ ਕੋਈ ਅਭਿਸ਼ੇਕ ਹੀ ਨਹੀਂ ਹੈਗਾ, ਜਿੱਥੇ ਪਰਮੇਸ਼ਰ ਕੋਈ ਕੰਮ ਹੀ ਨਹੀਂ ਕਰਦਾ, ਇਹੋ ਜਿਹੇ ਲੋਕਾਂ ਤੋਂ ਦੂਰ ਰਹੋ। ਬਥੇਰੇ ਪਖੰਡ ਮਸੀਹ ਦੇ ਵਿੱਚ ਆ ਕੇ ਵੀ ਚੱਲਦੇ ਆ। ਹਾਲੇਲੂਇਆ। ਪਰਮੇਸ਼ਰ ਤੁਹਾਡੇ ਦੁਆਰਾ ਬੜੇ ਸਾਮਰਥੀ ਕੰਮਾਂ ਨੂੰ ਕਰਨਾ ਚਾਹੁੰਦਾ ਆ, ਤੇ ਪਰਮੇਸ਼ਰ ਨੇ ਤੁਹਾਨੂੰ ਜਗਤ ਦੀ ਜੋਤੀ ਬਣਾਇਆ। ਉਹਨੇ ਤੁਹਾਨੂੰ ਜੀਵਨ ਦਿੱਤਾ ਆ, ਮਰਨ ਦੇ ਲਈ ਨਹੀਂ ਬਲਕਿ ਜੀਣ ਦੇ ਲਈ। ਹਾਲੇਲੂਇਆ। ਯਿਸੂ ਮਸੀਹ ਤੁਹਾਨੂੰ ਜੀਵਨ ਦੇਣ ਦੇ ਲਈ, ਉਹ ਖੁਦ ਮਰਿਆ ਕਿ ਤੁਸੀਂ ਜੀਵਨ ਪਾਓ। ਇਹੋ ਜਿਹੀਆਂ ਫੇਕ ਸਿੱਖਿਆਵਾਂ ਤੋਂ ਜਿਹੜੇ ਤੁਹਾਨੂੰ ਨੈਗੇਟਿਵ ਕਰਦੇ ਆ, ਤੁਹਾਨੂੰ ਤੋੜਨਾ ਚਾਹੁੰਦੇ ਆ ਤੁਹਾਡੀ ਆਤਮਾ ਦੇ ਵਿੱਚ। ਜਦ ਬਾਈਬਲ ਕਹਿੰਦੀ ਆ ਵਿਸ਼ਵਾਸ ਸੁਣਨ ਦੇ ਨਾਲ ਆਉਂਦਾ। ਅਗਰ ਅਸੀਂ ਨੈਗੇਟਿਵ ਗੱਲਾਂ ਸੁਣਾਂਗੇ ਨਾ, ਸਾਡਾ ਵਿਸ਼ਵਾਸ ਕਮਜ਼ੋਰ ਹੋਏਗਾ। ਇਹੋ ਜਿਹੀਆਂ ਊਟ ਪਟਾਂਗ ਗੱਲਾਂ ਸੁਣਾਂਗੇ, ਤੁਸੀਂ ਇਕੱਲੇ ਕੁਝ ਨਹੀਂ ਕਰ ਸਕਦੇ, ਤੁਹਾਡੀ ਪ੍ਰਾਰਥਨਾ ਕੁਝ ਨਹੀਂ ਕਰ ਸਕਦੀ, ਮੈਂ ਸਭ ਕੁਝ ਕਰ ਸਕਦਾ ਹਾਂ। ਹਾਲੇਲੂਇਆ। ਸਭ ਕੁਝ। ਧਰਮੀ ਜਨ ਦੀ ਪ੍ਰਾਰਥਨਾ ਨਾਲ ਬਾਈਬਲ ਕਹਿੰਦੇ ਸਭ ਕੁਝ। ਕਿਹੜਾ ਕੰਮ ਨਹੀਂ ਹੋ ਸਕਦਾ? ਸਾਰਾ ਕੁਝ ਹੋ ਸਕਦਾ ਹੈ। ਕਰੀਏ ਜੇ ਵਿਸ਼ਵਾਸ ਤਾਂ ਸਭ ਕੁਝ ਹੋ ਸਕਦਾ ਹੈ। ਹਾਲੇਲੂਇਆ। ਪਰਮੇਸ਼ਰ ਤੁਹਾਡੇ ਦੁਆਰਾ ਤੁਹਾਨੂੰ ਵੀ ਤੇ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਬਲੈਸ ਕਰਨਾ ਚਾਹੁੰਦਾ ਹੈ। ਆਮੀਨ। ਇੱਕ ਮੈਂ ਲਾਸਟ ਬਚਨ ਪੜਾਂਗਾ, ਲੂਕਾ ਦੀ ਇੰਜੀਲ ਉਹਦਾ ਪਹਿਲਾ ਅਧਿਆਇ ਉਹਦੀ 35 ਆਇਤ ਵਿੱਚ ਲਿਖਾਂਗੇ। ਅਗਰ ਅਸੀਂ ਅਗਲਾ ਪੁਆਇੰਟ ਦੇਖਾਂਗੇ, ਪਵਿੱਤਰ ਆਤਮਾ ਤੁਹਾਨੂੰ ਬਣਾਉਣ ਦੇ ਲਈ ਆਇਆ, ਪੈਦਾ ਕਰਨ ਦੇ ਲਈ ਆਇਆ। ਜਦੋਂ ਲੂਕਾ ਦੀ ਇੰਜੀਲ ਅਸੀਂ ਪੜ੍ਹਦੇ ਹਾਂ ਤਾਂ ਉਹਦਾ ਪਹਿਲਾ ਅਧਿਆਇ ਉਹਦੀ 35 ਆਇਤ ਵਿੱਚ ਜਦੋਂ ਮਰੀਅਮ ਤੇ स्वर्गदूत ਦੀ ਆਪਸ ਵਿੱਚ ਗੱਲਬਾਤ ਹੋ ਰਹੀ ਹੈ ਤਾਂ ਉੱਥੇ ਕੀ ਲਿਖਿਆ ਵਾ? स्वर्गदूत ने उसको उत्तर दिया, पवित्र आत्मा तुझ पर उतरेगा और परम प्रधान की सामर्थ तुझ पर छाया करेगी, इसलिए वह पवित्र जो उत्पन्न होने वाला है, पवित्र उत्पन्न होने वाला है। उत्पन्न मतलब बनाना। ਜਦੋਂ ਅਸੀਂ ਉਤਪਤ ਦੀ ਕਿਤਾਬ ਉਹਦਾ ਪਹਿਲਾ ਅਧਿਆਇ ਉਹਦੀ ਇੱਕ ਪਹਿਲਾ ਵਿੱਚ ਪੂਰਾ ਚੈਪਟਰ ਪੜ੍ਹਦੇ ਹਾਂ, ਦੂਸਰਾ ਉਸ ਵਿੱਚ ਬਣਾਉਣ ਦਾ ਜ਼ਿਕਰ ਹੋਇਆ। ਪਰਮੇਸ਼ਰ ਆਤਮਾ ਤੁਹਾਨੂੰ ਬਣਾਉਣ ਦੇ ਲਈ ਆਇਆ। ਅਗਰ ਤੁਹਾਡਾ ਬਿਜ਼ਨਸ ਫਲਵੰਤ ਨਹੀਂ ਹੈਗਾ, ਤੁਹਾਡੇ ਬਿਜ਼ਨਸ ਨੂੰ ਬਣਾਏਗਾ। ਯਿਸੂ ਮਸੀਹ ਪਤਰਸ ਦੀ ਕਿਸ਼ਤੀ ਵਿੱਚ ਆਇਆ। ਪਤਰਸ ਦਾ ਬਿਜ਼ਨਸ ਨਹੀਂ ਚੱਲ ਰਿਹਾ ਸੀਗਾ, ਫਲॉप ਸੀਗਾ। ਜਦੋਂ ਯਿਸੂ ਮਸੀਹ ਨੇ ਕਿਹਾ ਜਾਲ ਪਾ ਤਾਂ ਉਹਦੀਆਂ ਮੱਛੀਆਂ ਭਰ ਗਈਆਂ। ਉਸ ਘਟਨਾ ਨੂੰ ਤੁਸੀਂ ਜਾਣਦੇ ਹੋ, ਮੈਂ ਜ਼ਿਆਦਾ ਨਹੀਂ ਦੱਸਾਂਗਾ, ਤੁਸੀਂ ਜਾਣਦੇ ਹੋ। ਜਦੋਂ ਯਿਸੂ ਮਸੀਹ ਦੀ ਕਿਸ਼ਤੀ ਵਿੱਚ ਆਇਆ, ਤੁਸੀਂ ਕਿਸ਼ਤੀ ਫੁੱਲ ਹੋ ਗਈ, ਨਾਲ ਦੂਸਰਿਆਂ ਦੀ ਫੁੱਲ ਹੋ ਗਈ। ਹਾਲੇਲੂਇਆ। ਤੁਹਾਨੂੰ ਬਣਾਉਣ ਦੇ ਲਈ ਆਇਆ ਪਵਿੱਤਰ ਆਤਮਾ। ਪਹਿਲਾਂ ਯਿਸੂ ਮਸੀਹ ਆਇਆ, ਬਣਾ ਗਿਆ ਸਾਰਾ ਕੁਝ, ਚਲਾ ਗਿਆ। ਪਵਿੱਤਰ ਆਤਮਾ ਉਡੇ ਦਿੱਤਾ ਕਿ ਤੁਹਾਨੂੰ ਕੀ ਕਰੇ? ਬਣਾਵੇ। ਪਵਿੱਤਰ ਆਤਮਾ ਇਸ ਲਈ ਆਇਆ ਕਿ ਤੁਹਾਡੇ ਬਿਜ਼ਨਸ ਨੂੰ ਬਣਾਵੇ, ਤੁਹਾਡੀ ਫੈਮਿਲੀ ਨੂੰ ਬਣਾਵੇ, ਤੁਹਾਡੇ ਕੰਮਾਂ ਨੂੰ ਬਣਾਵੇ, ਤੁਹਾਡੀ ਲਾਈਫ ਨੂੰ ਬਣਾ ਦੇਵੇ, ਤੁਹਾਡਾ ਫਿਊਚਰ ਬਣਾ ਦੇਵੇ, ਤੇ ਇੱਥੋਂ ਤੱਕ ਜਿੰਨੇ ਵੀ ਤੁਹਾਡੇ ਨਾਲ ਜੁੜੇ ਹੋਏ ਆ ਉਹਨਾਂ ਦੇ ਵੀ ਫਿਊਚਰ ਬਣ ਜਾਣ। ਆਮੀਨ। ਪਵਿੱਤਰ ਆਤਮਾ ਬਣਾਉਣ ਦੇ ਲਈ ਜਾਂਦਾ ਹੈ। ਉਹ ਤੁਹਾਡੇ ਦੁਆਰਾ ਬਣਾਉਣਾ ਚਾਹੁੰਦਾ ਹੈ। ਉਹ ਨਵੀਂ ਸ੍ਰਿਸ਼ਟੀ ਕਰਨਾ ਚਾਹੁੰਦਾ ਹੈ। ਯਿਸੂ ਮਸੀਹ ਨਾਲ ਦੇਖੋ ਸਭ ਕੁਝ ਬਦਲ ਗਿਆ। ਦੇਖੋ ਹੁਣ ਕੀ ਹੋ ਗਿਆ? ਨਵਾਂ ਹੋ ਗਿਆ। ਪਰਮੇਸ਼ਰ ਆਤਮਾ ਨਵਾਂ ਕਰਨ ਦੇ ਲਈ ਆਇਆ। ਉਹਨੇ ਓਲਡ ਟੈਸਟਮੈਂਟ ਨੂੰ ਨਿਊ ਟੈਸਟਮੈਂਟ ਦੇ ਵਿੱਚ ਬਦਲ ਦਿੱਤਾ। ਪਵਿੱਤਰ ਆਤਮਾ ਇਸ ਲਈ ਆਇਆ। ਆਮੀਨ। ਹਾਲੇਲੂਇਆ। ਪਰਮੇਸ਼ਰ ਤੁਹਾਡੇ ਦੁਆਰਾ ਅਦਭੁਤ ਕੰਮ ਕਰਨਾ ਚਾਹੁੰਦਾ ਹੈ, ਤੁਹਾਨੂੰ ਇਸਤੇਮਾਲ ਕਰਨਾ ਚਾਹੁੰਦਾ। ਪਰਮੇਸ਼ਰ ਉਹਨੇ ਇਸ ਲਈ ਆਪਣਾ ਆਤਮਾ ਦਿੱਤਾ। ਉਸਨੇ ਇਸ ਲਈ ਪਰਮੇਸ਼ਰ ਨੇ ਆਪਣਾ ਇੱਕ ਲੌਤਾ ਪੁੱਤਰ ਦਿੱਤਾ ਕਿ ਕੀ ਕਰ ਸਕੋ, ਤੁਸੀਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰੋ। ਪਵਿੱਤਰ ਆਤਮਾ ਤੁਹਾਡੇ ਅੰਦਰ ਰਹਿੰਦਾ ਆ। ਜਿਹੜੇ ਵਿਸ਼ਵਾਸ ਕਰਦੇ ਆ, ਜਿਹੜੇ ਦਿਲ ਤੋਂ ਉਹਨੂੰ ਗ੍ਰਹਿਣ ਕਰਦੇ ਆ, ਪਵਿੱਤਰ ਆਤਮਾ ਉਹਨਾਂ ਦੇ ਅੰਦਰ ਰਹਿੰਦਾ ਹੈ ਕਿ ਉਹਨਾਂ ਦੇ ਅੰਦਰ ਰਹਿ ਕੇ ਕੀ ਕਰੇ? ਉਹਨਾਂ ਦੇ ਬਾਹਰ ਕੰਮ ਕਰ ਸਕੇ। ਜਦੋਂ ਪਵਿੱਤਰ ਆਤਮਾ ਤੁਹਾਡੇ ਦੁਆਰਾ ਰਹਿੰਦਾ, ਤੁਹਾਡੀ ਆਵਾਜ਼ ਦੇ ਵਿੱਚ ਲੋਕਾਂ ਨੂੰ ਆਸ਼ੀਸ਼ ਮਿਲਦੀ ਆ। ਲੋਕ ਜਿੰਨੇ ਤੁਹਾਡੇ ਨਾਲ ਜੋੜਦੇ ਆ, ਉਹਨਾਂ ਲੋਕਾਂ ਨੂੰ ਆਸ਼ੀਸ਼ ਮਿਲਦੀ ਹੈ। ਹਾਲੇਲੂਇਆ। ਪਵਿੱਤਰ ਆਤਮਾ ਦੇ ਨਾਲ ਭਰਪੂਰ ਜਦੋਂ ਇਨਸਾਨ ਹੁੰਦਾ ਆ ਤਾਂ ਉਸ ਦੇ ਦੁਆਰਾ ਪਰਮੇਸ਼ਰ ਅਦਭੁਤ ਕੰਮ ਕਰਦਾ ਆ। ਆਮੀਨ। ਹਾਲੇਲੂਇਆ। ਆਉਣ ਵਾਲੀਆਂ ਗੱਲਾਂ ਨੂੰ ਪ੍ਰਗਟ ਕਰਦਾ। ਉਹ ਆਤਮਾ ਦੇ ਵਿੱਚ ਪਹਿਲਾਂ ਹੀ ਦੇਖ ਲੈਂਦਾ ਆ। ਜਿੰਨੇ ਵੀ ਵਰਦਾਨ ਆ ਇਸਤੇਮਾਲ ਹੋਣ ਲੱਗ ਪੈਂਦੇ ਆ ਸਾਰੇ। ਆਤਮਾ ਦੇ ਵਿੱਚ ਆਉਣ ਵਾਲੀਆਂ ਗੱਲਾਂ ਸਭ ਕੁਝ ਦੇਖ ਲੈਂਦਾ ਆ।
ਆਉਣ ਵਾਲੀਆਂ ਗੱਲਾਂ ਪਰਮੇਸ਼ਰ ਦੱਸ ਦਿੰਦਾ ਹੈ। ਆਮੀਨ। ਪਰਮੇਸ਼ਰ ਦਾ ਆਤਮਾ ਸਾਰਾ ਕੁਝ ਕਰ ਸਕਦਾ ਆ, ਉਹ ਤੁਹਾਡੇ ਦੁਆਰਾ ਸਾਰਾ ਕੁਝ ਕਰਨ ਦੇ ਲਈ ਆਇਆ। ਤੁਹਾਡੇ ਦੁਆਰਾ, ਮੇਰੇ ਦੁਆਰਾ, ਜਿੰਨੇ ਵੀ ਉੱਤੇ ਵਿਸ਼ਵਾਸ ਰੱਖਦੇ ਆ, ਪਰਮੇਸ਼ਰ ਦਾ ਆਤਮਾ ਇਸ ਲਈ ਆਇਆ ਕਿ ਉਹ ਕੀ ਕਰ ਸਕੇ, ਸਭ ਕੁਝ ਕਰ ਸਕੇ। ਜੋ ਮੈਂ ਇਹ ਪੰਜ ਵੀਡੀਓ ਦੇ ਵਿੱਚ, 5 ਪਾਰਟ ਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕਾ ਹਾਂ, ਉਹ ਸਾਰਾ ਕੁਝ ਪਰਮੇਸ਼ਰ ਤੁਹਾਡੇ ਦੁਆਰਾ, ਪਵਿੱਤਰ ਆਤਮਾ ਤੁਹਾਡੇ ਦੁਆਰਾ ਕਰਨਾ ਚਾਹੁੰਦਾ ਹੈ। ਆਮੀਨ। ਪਰਮੇਸ਼ਰ ਇਸ ਵਚਨ ਤੇ ਤੁਹਾਨੂੰ ਆਸ਼ੀਸ਼ ਦੇਵੇ। ਆਓ ਅਸੀਂ ਦੁਆ ਕਰਦੇ ਹਾਂ। ਇਹ ਮਹਾਨ ਅਨੁਗ੍ਰਹਿਕਾਰੀ ਸਾਮਰਥੀ ਪਿਤਾ, ਮੈਂ ਪ੍ਰਾਰਥਨਾ ਕਰਦਾ ਜਿੰਨੇ ਵੀ ਮੈਨੂੰ ਦੇਖ ਰਹੇ ਆ ਮੇਰੇ ਪਿਤਾ ਪਰਮੇਸ਼ਰ, ਜਿੰਨੇ ਵੀ ਪਿਤਾ ਪਰਮੇਸ਼ਰ ਇਸ ਪ੍ਰਾਰਥਨਾ ਨੂੰ ਗ੍ਰਹਿਣ ਕਰਿਆ, ਉਹਨਾਂ ਦੀ ਜ਼ਿੰਦਗੀ ਵਿੱਚ ਛੁਟਕਾਰਾ ਆਏ ਯਿਸੂ ਮਸੀਹ ਨਾਮ ਦੇ ਵਿੱਚ, ਉਹਨਾਂ ਦੀ ਜ਼ਿੰਦਗੀਆਂ 'ਚ ਛੁਟਕਾਰਾ ਆਏ ਯਿਸੂ ਮਸੀਹ ਨਾਮ ਦੇ ਵਿੱਚ। ਹੀਲ ਇਨ ਦ ਨੇਮ ਆਫ ਜੀਸਸ। ਪਵਿੱਤਰ ਆਤਮਾ ਦੀ ਅੱਗ ਉਹਨਾਂ ਉੱਤੇ ਤਰੇ ਪਿਤਾ ਪਰਮੇਸ਼ਰ। ਹਰ ਅੰਧਕਾਰ ਦੇ ਕੰਮ ਨਾਸ਼ ਹੋ ਜਾਣ, ਹਰ ਸ਼ੈਤਾਨੀ ਆਤਮਾ ਚਲੀਆਂ ਜਾਣ। ਪਵਿੱਤਰ ਆਤਮਾ ਜੀ, ਤੁਸੀਂ ਇਹਨਾਂ ਤੇ ਕਬਜ਼ਾ ਕਰ ਲਓ। ਜਿੰਨੇ ਵੀ ਮੇਰੀ ਆਵਾਜ਼ ਨੂੰ ਸੁਣ ਰਹੇ ਆ ਮੇਰੇ ਖੁਦਾਵੰਦ ਖੁਦਾ, ਜਿੰਨੇ ਵੀ ਮੇਰੀ ਆਵਾਜ਼ ਨੂੰ ਸੁਣ ਰਹੇ ਆ ਪਿਤਾ, ਇਸੇ ਸਮੇਂ ਤੇਰਾ ਆਤਮਾ ਇਹਨਾਂ ਤੇ ਜੁਮਸ ਕਰੇ, ਕਾਰਿਆ ਕਰੇ। ਇਹਨਾਂ ਦੀ ਆਤਮਿਕ ਪਿਤਾ ਪਰਮੇਸ਼ਰ ਖੁਦਾਵੰਦ ਖੁਦਾ ਹੱਦਾਂ ਨੂੰ ਵਧਾ ਕਿ ਤੇਰੇ ਦੁਆਰਾ ਇਹਨਾਂ ਦੇ ਪਿਤਾ ਪਰਮੇਸ਼ਰ, ਤੇਰੇ ਦੁਆਰਾ ਖੁਦਾਵੰਦ ਖੁਦਾ ਇਹਨਾਂ ਦੇ ਵਿੱਚੋਂ ਕੰਮ ਪ੍ਰਗਟ ਹੋਣ ਮੇਰੇ ਪਿਤਾ ਪਰਮੇਸ਼ਰ। ਤੇਰੇ ਚਿੰਨ ਚਮਤਕਾਰ ਪ੍ਰਗਟ ਹੋਣ ਪਿਤਾ ਪਰਮੇਸ਼ਰ, ਤੇਰੀ ਸਾਮਰਥ ਪ੍ਰਗਟ ਹੋਵੇ ਪਿਤਾ ਪਰਮੇਸ਼ਰ, ਤੇਰਾ ਰਾਜ ਪ੍ਰਗਟ ਹੋਵੇ, ਤੇਰਾ ਵਚਨ ਪ੍ਰਗਟ ਹੋ ਸਕੇ ਮੇਰੇ ਪਿਤਾ ਪਰਮੇਸ਼ਰ। ਹਾਲੇਲੂਇਆ। ਤੇਰੇ ਗਿਫਟਸ ਵਰਦਾਨ ਪ੍ਰਗਟ ਹੋ ਸਕਣ ਮੇਰੇ ਪਿਤਾ ਪਰਮੇਸ਼ਰ, ਇਹ ਸਾਰਾ ਕੁਝ ਬਣਾ ਸਕਣ ਪਿਤਾ ਪਰਮੇਸ਼ਰ, ਇਹ ਆਸ਼ੀਸ਼ ਦੇ ਸੋਤੇ ਠਹਿਰਨ ਮੇਰੇ ਮਹਾਨ ਪਿਤਾ ਪਰਮੇਸ਼ਰ। ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਇਹਨਾਂ ਦੀਆਂ ਸਾਰੀਆਂ ਬਿਮਾਰੀਆਂ ਚਲੀਆਂ ਜਾਣ, ਹਰ ਸਿਰ ਦੇ ਬਾਲ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਜਿੰਨੀਆਂ ਵੀ ਬਿਮਾਰੀਆਂ, ਅੰਧਕਾਰ ਦੀਆਂ ਸ਼ਕਤੀਆਂ ਚਲੀਆਂ ਜਾਣ ਇਹਨਾਂ ਨੂੰ ਛੱਡ ਕੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ। ਆਮੀਨ, ਆਮੀਨ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਗੋਡ ਬਲੈਸ ਯੂ।